ਮੈਨੂੰ ਨਿਹਾਲ ਕੀਤਾ। ਨਿਹਾਲ ਕਰਕੇ ਉਹਨੇ ਮੈਨੂੰ ਫਿਰ ਮਸਲਨ ਕਮਰੇ 'ਚ ਬੰਦ ਕਰ ਦਿੱਤਾ। ਉਹਦੇ ਬਾਅਦ ਮੇਰੇ ਨਾਲ ਜ਼ਨਾ ਕਰਵਾਇਆ ਕਿਸੇ ਬੰਦੇ ਕੋਲ। ਉਹਨੇ ਮੇਰੀ ਇੱਜ਼ਤ ਲੁੱਟੀ ਔਰ ਮੇਰੇ ਕੱਪੜੇ ਪਾੜੇ ਔਰ ਮੇਰੇ ਨਾਲ ਜ਼ਿਆਦਤੀ ਕੀਤੀ ਬਹੁਤ ਜ਼ਿਆਦਾ ਔਰ ਮੇਰੇ ਜਿਸਮ ਨੂੰ ਨੋਚਿਆ ਬਹੁਤ ਜ਼ਿਆਦਾ। ਮੇਰੇ ਕੋਲ ਜਿਸਮ ਫਰੋਸ਼ੀ ਕਹਿੰਦਾ ਸੀ ਤੂੰ ਵੀ ਕਰ, ਮੈਂ ਨਹੀਂ ਸੀ ਕਰਨਾ ਚਾਹੁੰਦੀ। ਮੈਂ ਮਾਂ ਕੋਲ ਆ ਕੇ ਸਹਾਰਾ ਲਿਆ, ਮੁਤਰਈ ਕੋਲ ਆ ਕੇ। ਜਿਹੜੀ ਮਾਂ ਪਹਿਲੇ 2 ਨੰਬਰ ਕੰਮ ਕਰਵਾਉਂਦੀ ਸੀ ਦੁਬਾਰਾ ਫਿਰ ਉਸ ਮਾਂ ਕੋਲ ਆ ਗਏ? ਉਹਦੇ ਕੋਲ ਆ ਗਏ। ਅੱਛਾ। ਉਹਦੇ ਕੋਲ ਆਏ, ਉਹ ਵੀ ਜਿਸਮ ਫਰੋਸ਼ੀ ਕਰਵਾ ਰਹੀ ਸੀ। ਬੰਦੇ ਆ ਜਾ ਰਹੇ ਸੀ ਉਹਦੇ ਕੋਲ, ਬੁੱਢੀਆਂ ਬੰਦੇ ਕਾਫੀ ਜ਼ਿਆਦਾ। ਮੈਂ ਇੱਕ ਦਿਨ ਉਹਨੂੰ ਕਿਹਾ ਵੀ ਕਿ ਕੀ ਮਸਲਾ ਛੋਟੀ ਕੁੜੀ ਨੂੰ, ਉਹ ਕਹਿੰਦੀ ਮੇਰੇ ਕੋਲੋਂ ਵੀ ਇਹੀ ਧੰਦਾ ਕਰਵਾ ਰਹੀ, ਇਹੀ ਮੇਰੇ ਕੋਲ ਜਿਸਮ ਫਰੋਸ਼ੀ ਕਰਵਾ ਰਹੀ। ਹਾਂਜੀ। ਕਹਿੰਦਾ ਕੀ ਹੁੰਦਾ ਸੀ ਤੁਹਾਨੂੰ? ਮੈਨੂੰ ਨਹੀਂ ਸੀ ਉਹਨੇ ਕੁਛ ਕਿਹਾ, ਮੈਨੂੰ ਇਹ ਕਹਿ ਰਿਹਾ ਸੀ ਕਿ ਵੀ ਜਿਸਮ ਫਰੋਸ਼ੀ ਕਰ, ਮੈਂ ਨਹੀਂ ਸੀ ਕਰਨਾ ਚਾਹੁੰਦੀ। ਤੇ ਉਹ ਮੈਨੂੰ ਅੱਗੋਂ ਇਹਦੇ ਕਹਿਣ ਤੋਂ ਉਹਨੇ ਮੈਨੂੰ ਧਮਕਾਇਆ, ਮੈਨੂੰ ਮਾਰਿਆ ਕੁੱਟਿਆ ਇਹਦੀ वजह ਨਾਲ। अस्सलाम वालेकुम जी, मैं हूं आपका मेज़बान आयान सरवर। नाज़रीन, मेरे साथ एक ऐसी खातून मौजूद है जिसको सौतेली माँ ने पहले बहुत ज़्यादा सताया और लोगों से पैसे लेके इस्तेमाल करवाती रही, बहुत ज़्यादा पैसा खाया कमाया। उसके बाद शादी की और जिससे शादी की उसको भी अपनी बातों में लिया, बातों में लेकर उससे भी जो ना घर उजाड़ने की कोशिश की जा रही है। बात करते हैं, सारे मामला हकीकत जानते हैं। अस्सलाम वालेकुम। वालेकुम अस्सलाम। अच्छा बहन, मुझे ये बताइएगा कि आपकी जो सौतेली माँ है तो वो कब से मतलब आपके साथ ऐसा सीन कर रही थी? ਕਾਫੀ ਦੇਰ ਤੋਂ ਕਰ ਰਹੀ ਸੀ। ਮੈਂ ਉਹਨਾਂ ਨੂੰ ਛੱਡ ਕੇ ਚਲੀ ਗਈ ਸਾਂ। ਅੱਛਾ। ਮੈਂ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਸਾਂ ਤੇ ਮੈਂ 12-13 ਸਾਲ ਤੋਂ 8 ਸਾਲ ਤੋਂ ਫਿਰ ਮੈਂ ਇਹਨਾਂ ਨੂੰ ਨਹੀਂ ਮਸਲਨ ਇਸ ਕੰਮ 'ਚ ਇਹਨੇ ਮੈਨੂੰ ਪਾਇਆ ਸੀ। ਮੈਂ ਜਾਨ ਛੁਡਾ ਕੇ ਤੇ ਸ਼ਾਦੀ ਕਰਕੇ ਚਲੀ ਗਈ ਸਾਂ। 5 ਸਾਲ ਬਾਅਦ ਮੈਂ ਇਹਨਾਂ ਨੂੰ ਮਿਲੀ। ਅੱਛਾ। 5-6 ਸਾਲ ਬਾਅਦ। ਕਿਸ ਤਰ੍ਹਾਂ ਦਾ ਮਾਂ ਕੰਮ ਕਰਵਾਉਂਦੀ ਸੀ? ਧੰਦਾ ਜਿਸਮ ਫਰੋਸ਼ੀ। ਜਿਸਮ ਫਰੋਸ਼ੀ ਕਰਵਾਉਂਦੀ ਸੀ। ਅੱਛਾ। ਫਿਰ ਉਸ ਤੋਂ ਬਾਅਦ ਕਿੰਨੀ ਦੇਰ ਤੱਕ ਮਤਲਬ ਤੁਹਾਡੇ ਕੋਲ ਕਰਵਾਉਂਦੀ ਰਹੀ? ਉਸ ਤੋਂ ਬਾਅਦ ਸ਼ਾਦੀ ਹੋ ਗਈ? ਉਹਦੇ ਬਾਅਦ ਸ਼ਾਦੀ ਹੋ ਗਈ ਤੇ ਉਹਦੇ ਬਾਅਦ ਮੈਂ ਘਰ ਚਲੀ ਗਈ। ਮੀਆਂ ਵੀ ਨਸ਼ੇ ਦਾ ਆਦੀ। ਉਹਦੇ ਬਾਅਦ 5-6 ਸਾਲ ਉਹ ਵੀ ਮੇਰੇ ਨਾਲ ਸਹੀ ਰਿਹਾ। ਅੱਛਾ। ਉਹਦੇ ਬਾਅਦ ਉਹ ਵੀ ਮੇਰੇ ਨਾਲ ਅੱਛਾ ਰਿਹਾ। ਉਹਦੇ ਬਾਅਦ ਜਦੋਂ ਨਸ਼ੇ ਦਾ ਆਦੀ ਹੋ ਗਿਆ, ਨਸ਼ੇ ਦਾ ਲੱਗ ਗਿਆ, ਉਹਦੇ ਬਾਅਦ ਮੈਨੂੰ ਮਾਰਿਆ ਕੁੱਟਿਆ, ਮੈਨੂੰ ਜ਼ਲੀਲ ਕਰਦਾ ਸੀ। ਮੇਰੇ ਕੋਲੋਂ ਜਿਸਮ ਫਰੋਸ਼ੀ ਕਹਿੰਦਾ ਸੀ ਤੂੰ ਵੀ ਕਰ, ਮੈਂ ਨਹੀਂ ਸੀ ਕਰਨਾ ਚਾਹੁੰਦੀ। ਮੈਂ ਮਾਂ ਕੋਲ ਆ ਕੇ ਸਹਾਰਾ ਲਿਆ, ਮੁਤਰਈ ਕੋਲ ਆ ਕੇ। ਜਿਹੜੀ ਮਾਂ ਪਹਿਲੇ 2 ਨੰਬਰ ਕੰਮ ਕਰਵਾਉਂਦੀ ਸੀ ਦੁਬਾਰਾ ਫਿਰ ਉਸ ਮਾਂ ਕੋਲ ਆ ਗਏ? ਜੀ ਉਹਦੇ ਕੋਲ ਆ ਗਏ। ਅੱਛਾ। ਉਹਦੇ ਕੋਲ ਆਏ, ਉਹ ਵੀ ਜਿਸਮ ਫਰੋਸ਼ੀ ਕਰਵਾ ਰਹੀ ਸੀ। ਬੰਦੇ ਆ ਜਾ ਰਹੇ ਸੀ ਉਹਦੇ ਕੋਲ, ਬੁੱਢੀਆਂ ਬੰਦੇ ਕਾਫੀ ਜ਼ਿਆਦਾ। ਮੈਂ ਇੱਕ ਦਿਨ ਉਹਨੂੰ ਕਿਹਾ ਵੀ ਕਿ ਕੀ ਮਸਲਾ ਛੋਟੀ ਕੁੜੀ ਨੂੰ, ਉਹ ਕਹਿੰਦੀ ਮੇਰੇ ਕੋਲੋਂ ਵੀ ਇਹੀ ਧੰਦਾ ਕਰਵਾ ਰਹੀ, ਅੱਛਾ, ਇਹੀ ਮੇਰੇ ਕੋਲ ਜਿਸਮ ਫਰੋਸ਼ੀ ਕਰਵਾ ਰਹੀ। ਹਾਂਜੀ। ਅੱਛਾ, ਮੈਨੂੰ ਤੁਸੀਂ ਦੱਸੋ ਕਿ ਤੁਹਾਨੂੰ ਕਿਵੇਂ ਖਿਆਲ ਆਇਆ ਕਿ ਮੈਂ ਜਿਹੜੀ ਮਾਂ ਪਹਿਲੇ ਮੇਰੇ ਕੋਲ 2 ਨੰਬਰ ਕੰਮ ਕਰਵਾਉਂਦੀ ਸੀ, ਮੈਂ ਦੁਬਾਰਾ ਫਿਰ ਉਸ ਮਾਂ ਕੋਲ ਚਲੀ ਜਾਵਾਂ? ਮੈਂ ਕਿਹਾ ਸੀ ਸੁਧਰ ਗਈ ਹੋਏਗੀ, ਅੱਛੀ ਹੋ ਗਈ ਹੋਏਗੀ, ਜ਼ਹਿਰ ਹੈ ਉਹਦੇ ਕੋਈ ਤੇ ਅਮਲ, ਕੋਈ ਉਹਨੇ ਆਪਣੇ ਆਪ ਨੂੰ ਸੁਧਾਰ ਲਿਆਗਾ। ਪਰ ਨਹੀਂ, ਕੋਈ ਐਸੀ ਗੱਲ ਨਹੀਂ ਉਹਦੇ 'ਚ ਹੋਈ। ਅੱਛਾ। ਕੋਈ ਐਸੀ ਬਾਤ ਨਹੀਂ ਹੋਈ। ਜਦੋਂ ਤੁਹਾਡੀ ਸ਼ਾਦੀ ਹੋਈ ਸੀ ਤੁਹਾਡਾ ਹਸਬੈਂਡ ਉਦੋਂ ਨਸ਼ਾ ਕਰਦਾ ਸੀ? ਨਹੀਂ, ਉਹਦੇ ਬਾਅਦ ਹੀ ਲੱਗਾ। ਤੁਹਾਡੀ ਪਸੰਦ ਦੀ ਸ਼ਾਦੀ ਸੀ? ਹਾਂਜੀ, ਦੋਵਾਂ ਦੀ ਅਸੀਂ ਪਸੰਦ ਦੀ ਸ਼ਾਦੀ ਸੀ। ਦੋਵਾਂ ਨੇ ਅਸੀਂ ਸ਼ਾਦੀ ਕੀਤੀ ਸੀ ਔਰ ਨਾਲੇ ਵੀ ਨਾਲ ਮੁਨੱਵਰ ਹੈਗੀ ਸੀ ਸ਼ਾਦੀ 'ਚ। ਅੱਛਾ, ਮਤਲਬ ਸ਼ਾਦੀ ਵਿੱਚ ਮਲਵਸ ਹੈ ਸੀ? ਹਾਂਜੀ, ਹੈਗੀ ਸੀ। ਤੁਹਾਡੀ ਆਪਣੀ ਖੁਦ ਦੀ ਵੀ ਪਸੰਦ ਸੀ? ਹਾਂਜੀ। ਅੱਛਾ, ਮੈਨੂੰ ਤੁਸੀਂ ਦੱਸੋ ਤੁਹਾਡੀ ਮਾਂ ਨੇ ਇਹਨੂੰ ਵਰਗਲਾਇਆ? ਹਾਂਜੀ, ਇਹਨੂੰ ਜਿਸ ਲਾਲਚ ਦਿੱਤਾ ਉਹਨੇ ਹੱਥ ਮਿਲਾਇਆ ਇਹਦੇ ਨਾਲ, ਇਹਨੇ ਦੋਵਾਂ ਨੇ ਹੱਥ ਮਿਲਾ ਕੇ ਤੇ ਇਹਨਾਂ ਨੇ ਫਿਰ ਇਹ ਮੇਰੇ ਨਾਲ ਵਕੂਆ ਪਾਇਆ। ਮਤਲਬ ਕ੍ਰਾਈਮ ਪਾਰਟਨਰ ਬਣ ਗਿਆ? ਹਾਂਜੀ, ਪਾਰਟਨਰ। ਉਹ ਨਸ਼ੇ ਦਾ ਆਦੀ ਸੀ, ਉਹਨੂੰ ਪੈਸਿਆਂ ਦੀ ਜ਼ਰੂਰਤ ਸੀ, ਉਹ ਪੈਸਿਆਂ ਦੀ ਖਾਤਰ ਲੱਗਾ। ਅੱਛਾ। ਕੀ ਕਹਿੰਦਾ ਕੀ ਹੁੰਦਾ ਸੀ ਤੁਹਾਨੂੰ? ਮੈਨੂੰ ਨਹੀਂ ਸੀ ਉਹਨੇ ਕੁਛ ਕਿਹਾ, ਮੈਨੂੰ ਇਹ ਕਹਿ ਰਿਹਾ ਸੀ ਕਿ ਵੀ ਜਿਸਮ ਫਰੋਸ਼ੀ ਕਰ, ਮੈਂ ਨਹੀਂ ਸੀ ਕਰਨਾ ਚਾਹੁੰਦੀ। ਤੇ ਉਹ ਮੈਨੂੰ ਅੱਗੋਂ ਇਹਦੇ ਕਹਿਣ ਤੋਂ ਉਹਨੇ ਮੈਨੂੰ ਧਮਕਾਇਆ, ਮੈਨੂੰ ਮਾਰਿਆ ਕੁੱਟਿਆ ਇਹਦੀ ਵਜ੍ਹਾ ਨਾਲ। ਲੜਾਈ ਝਗੜਾ ਕੀਤਾ ਹੈ? ਹਾਂਜੀ। ਅੱਛਾ। ਉਸ ਤੋਂ ਬਾਅਦ ਵਾਲਦਾ ਕੋਲ ਤੁਸੀਂ ਆ ਗਏ, ਫਿਰ ਵਾਲਦਾ ਕੀ ਕਹਿੰਦੀ ਸੀ? ਵਾਲਦਾ ਵੀ ਮੇਰੇ ਨਾਲ ਔਖੀ ਹੋ ਗਈ ਸੀ, ਬਦਤਮੀਜ਼ੀ ਕਰ ਰਹੀ ਸੀ। ਮੈਨੂੰ ਮਾਰਿਆ ਕੁੱਟਿਆ ਉਹਨੇ ਕਾਫੀ ਜ਼ਿਆਦਾ। ਮੈਨੂੰ ਨਿਹਾਲ ਕੀਤਾ। ਨਿਹਾਲ ਕਰਕੇ ਉਹਨੇ ਮੈਨੂੰ ਫਿਰ ਮਸਲਨ ਕਮਰੇ 'ਚ ਬੰਦ ਕਰ ਦਿੱਤਾ। ਉਹਦੇ ਬਾਅਦ ਮੇਰੇ ਨਾਲ ਜ਼ਨਾ ਕਰਵਾਇਆ ਕਿਸੇ ਬੰਦੇ ਕੋਲ। ਉਹਨੇ ਮੇਰੀ ਇੱਜ਼ਤ ਲੁੱਟੀ ਔਰ ਮੇਰੇ ਕੱਪੜੇ ਪਾੜੇ ਔਰ ਮੇਰੇ ਨਾਲ ਜ਼ਿਆਦਤੀ ਕੀਤੀ ਬਹੁਤ ਜ਼ਿਆਦਾ ਔਰ ਮੇਰੇ ਜਿਸਮ ਨੂੰ ਨੋਚਿਆ ਬਹੁਤ ਜ਼ਿਆਦਾ। ਸਹੀ ਹੋ ਗਿਆ। ਤੇ ਪੈਸੇ ਲੈ ਕੇ ਫਿਰ ਕੀ ਕਰ ਦਿੰਦੀ ਸੀ? ਮਤਲਬ ਬੰਦਾ ਅੱਗੇ ਤੁਹਾਡੇ ਕੋਲ ਭੇਜ ਦਿੰਦੀ ਸੀ? ਹਾਂਜੀ। ਤੇ ਉਹਦੇ ਕੋਲ ਹੋਰ ਵੀ ਲੜਕੀ ਹੈ? ਹਾਂਜੀ। ਅੱਛਾ, ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਵਾਲਦਾ ਤੁਹਾਨੂੰ ਟੌਰਚਰ ਵੀ ਕਰਦੀ ਸੀ, ਜ਼ਬਰਦਸਤੀ ਕਰਵਾਉਂਦੀ ਸੀ? ਜ਼ਬਰਦਸਤੀ ਵੀ, ਬਦਤਮੀਜ਼ੀਆਂ ਵੀ ਬਹੁਤ ਜ਼ਿਆਦਾ ਮੇਰੇ ਨਾਲ ਕਰਦੀ ਸੀ। ਮਾਰਦੀ ਕੁੱਟਦੀ ਸੀ ਬਹੁਤ ਜ਼ਿਆਦਾ ਮੈਨੂੰ। ਔਰ ਲੋਕਾਂ ਦੇ ਘਰ ਵੀ ਮੈਂ ਬੈਠ ਜਾਂਦੀ ਸਾਂ ਔਰ ਮੈਨੂੰ ਉਹਨਾਂ ਦੇ ਘਰੋਂ ਖਿੱਚ ਕੇ ਵੀ ਲਿਆਂਦੀ ਸੀ, ਚੰਡਾ ਵੀ ਮਾਰ ਕਰ ਮੇਰੇ ਪਿੱਛੇ ਰਹਿੰਦੀ ਸੀ। ਮੇਰਾ ਵਸਾਹ ਨਹੀਂ ਸੀ ਖਾਂਦੀ। ਜਿਵੇਂ ਨਾ ਇੱਕ ਡਰੀ ਗਾਂ ਹੁੰਦੀ, ਬੰਦੇ ਨੂੰ ਡਰ ਲੱਗਦਾ, ਇਹ ਹਰਕਤਾਂ ਕਰਦੀ ਸੀ ਮੇਰੇ ਨਾਲ। ਅੱਛਾ, ਮਾਂ ਨੇ ਕੋਈ ਹੋਰ ਵੀ ਲੜਕੀਆਂ ਰੱਖੀ ਹੋਈਆਂ ਨੇ? ਮਾਂ ਨੇ ਇੱਕ ਲੜਕੀ ਰੱਖੀ ਹੋਈ ਹੈ, ਉਹਦੇ ਕੋਲੋਂ ਵੀ ਜਿਸਮ ਫਰੋਸ਼ੀ ਦਾ ਧੰਦਾ ਕਰਵਾ ਰਹੀ। नाज़रीन, ये वो खातून है जिसकी सौतेली माँ ने इसको ज़बरदस्ती जना पे लगाया और पैसे लेती थी, पैसे लेकर लड़कों को अंदर भेजती थी, कमरे में भेजती थी और वो ज़बरदस्ती करते थे, कपड़े फाड़ देते थे, मारते थे, ठीक है, टॉर्चर करते थे। लेकिन माँ थी सौतेली, बाप नहीं है आपका?
ਮੇਰਾ ਬਾਪ ਹੈਗਾ, ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਮੰਜੀ ਤੇ ਹੈਗਾ। जी बाप जो है वो डिसेबल है, वो बाप कुछ भी नहीं कर सकता। बाकी ये स्टोरी जो है ना आपके सामने रखने का मकसद ये है कि इस बहन ने एफआईआर भी करवाई और एफआईआर कैंसिल भी कर दी गई पुलिस की तरफ से। ये पता नहीं है उस ਸਾਰੀ ਨਾਲ ਰਲੀ ਸਭ। पुलिस साथ मिली हुई। ਹਾਂਜੀ ਸਾਰਾ ਨਿਟਲ ਰੋਣ ਲੈ ਕੇ ਤੇ ਮਜ਼ੰਗ ਥਾਣਾ मीना सा एसएच ਉਹ भी ਨਾਲ रली। नाज़रीन देखें कि ये बहन पुलिस का सहारा लेने के लिए गई है कि जी मुझे इंसाफ मिलेगा, मेरी माँ का जो धंधा है वो बंद करवाया जाए। तो मेरी आईजी साहब से ये दरख्वास्त है कि जी इस तरह के धंधे जो है ना वो बंद करवाए जाएँ ताकि इस तरह का जो रोज़मर्रा की ज़िंदगी में वाक़यात हो रहे हैं ये ख़त्म हो सकें। बाकी इसी के साथ मुझे इजाज़त दें। अल्लाह हाफिज़।